Mounties warn son of man acquitted in Air India bombings that his life may be in danger. Warning comes as investigators probe possible Indian government links to Riptaman Singh Malak's 2022 killing. RCMP investigators have been probing whether the government of India was behind the killing of wealthy and controversial businessman. They believe Indian government was involved in last year's targeted killing of prominent Sikh separatist Hardeep Singh Nijjar. ਸਾਡੇ ਕੋਲ ਸਬੂਤ ਨੇ ਕਿ ਜਿਸ ਦਿਨ ਰਿਪਦਮਨ ਸਿੰਘ ਮਲਕ ਦਾ ਮਰਡਰ ਹੁੰਦਾ ਉਹਨਾਂ 2 ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਕੌਂਸੂਲੇਟ ਸੀ ਇੰਡੀਆ ਦਾ ਜਿਹਦਾ ਨਾਮ ਅਮਰਜੀਤ ਸਿੰਘ ਹੈ ਉਹ ਇਨ ਟੱਚ ਸੀ ਰਿਪਦਮਨ ਸਿੰਘ ਮਲਕ ਦੇ ਨਾਲ। ਇਨਫੈਕਟ ਉਸੇ ਦਿਨ ਉਹਨੇ ਜਿਹੜਾ ਕੁਝ ਘੰਟੇ ਬਾਅਦ ਲੰਚ ਕਰਨਾ ਸੀ ਅਮਰਜੀਤ ਸਿੰਘ ਨਾਲ। ਦਮਨ ਸਿੰਘ ਮਲਕ ਜਿਹੜੇ ਇੱਕ ਪ੍ਰੋਮੀਨੈਂਟ ਬਿਜ਼ਨਸਮੈਨ ਸੀ ਔਰ ਜਿਹੜੇ ਮੇਨ ਐਕਿਊਜ਼ਡ ਸੀ ਏਅਰ ਇੰਡੀਆ ਕੇਸ ਦੇ ਵਿੱਚ ਉਹਨਾਂ ਦੀ ਐਕਵਿਟਲ 2005 ਦੇ ਵਿੱਚ ਹੋਈ, ਪਰ ਫਿਰ 2019 ਦੇ ਵਿੱਚ ਸ਼ਾਇਦ ਉਹਨਾਂ ਨੂੰ ਸਪੈਸ਼ਲ ਜਿਹੜਾ ਐਗਜ਼ੈਂਪਟ ਕਰਕੇ ਵੀਜ਼ਾ ਦਿੱਤਾ ਗਿਆ ਇੰਡੀਆ ਦਾ। ਉੱਥੇ ਗਏ, ਉਹ ਸਮੰਤ ਗੋਇਲ ਨੂੰ ਵੀ ਮਿਲੇ, ਉਹ ਅਜੀਤ ਡੋਵਲ ਨੂੰ ਵੀ ਮਿਲੇ, ਮੋਦੀ ਨੂੰ ਲੈਟਰ ਵੀ ਲਿਖਿਆ ਥੈਂਕਸ ਦਾ, ਔਰ ਇਹ ਵੀ ਕਿਹਾ ਕਿ ਜੀ ਜੋ ਮੋਦੀ ਕਰ ਰਿਹਾ ਸਿੱਖਾਂ ਦਾ ਕੋਈ ਨਹੀਂ, ਅਸੀਂ ਭਟਕ ਗਏ ਸੀ ਬਾਹਰ ਥੋੜ੍ਹੇ ਜਿਹੇ ਸਿੱਖ ਨੇ। ਔਰ ਫਿਰ ਅਚਾਨਕ ਖਬਰ ਆਈ ਕਿ ਵੀ 2022 ਦੇ ਵਿੱਚ ਉਹਨਾਂ ਦਾ ਨਿਊਟਨ ਇੱਕ ਟਾਊਨ ਹੈ ਸਰੀ ਔਰ ਵੈਨਕੂਵਰ ਦੇ ਵਿਚਾਲੇ ਆਪਣੇ ਜਿੱਥੇ ਕਿ ਉਹ ਕਾਰੋਬਾਰ ਜਾ ਰਹੇ ਸੀ ਉੱਥੇ ਉਹਨਾਂ ਦਾ ਮਰਡਰ ਹੋਇਆ। ਇਹ ਇਸਤੇਮਾਲ ਵੀ ਹੋਏ ਸੱਜਣ ਇਨ ਸਪਾਈਟ ਆਫ ਕੀ ਹਾਲਾਤ ਨੇ ਸਾਨੂੰ ਨਹੀਂ ਪਤਾ ਹੈ, ਲੇਕਿਨ ਫਾਈਨਲੀ ਜਿਹੜਾ ਹੈ ਡੰਪ ਵੀ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦੀ ਯੂਜ਼ਫੁਲਨੈਸ ਹੋ ਗਈ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਹਿੰਦੇ ਨੇ ਕਿ ਰੱਬ ਦੀ ਇਨਸਾਫ ਦੀ ਚੱਕੀ ਭਾਵੇਂ ਹੌਲੀ ਚੱਲਦੀ ਹੈ ਪਰ ਬੜਾ ਬਰੀਕ ਪੀਸਦੀ ਹੈ। ਸੋ ਕੈਨੇਡਾ ਦੀ CBC ਨਿਊਜ਼ ਨੇ ਥੋੜੀ ਦੇਰ ਪਹਿਲਾਂ ਸਟੋਰੀ ਬ੍ਰੇਕ ਕੀਤੀ ਹੈ ਕਿ RCMP ਵੱਲੋਂ 2022 ਵਿੱਚ ਸਰੀ ਵਿੱਚ ਹੋਏ ਸਿੱਖ ਵਪਾਰੀ ਰਿਪਤਮਨ ਸਿੰਘ ਮਲਿਕ ਦੇ ਕਤਲ ਨੂੰ ਵੀ ਭਾਰਤੀ ਏਜੰਸੀਆਂ ਦੀ ਕਾਰਗੁਜ਼ਾਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਇਨਕੁਆਇਰੀ ਨੂੰ ਹੋਰ ਪਿੱਛੇ ਲਿਜਾਇਆ ਜਾਏਗਾ ਤਾਂ ਏਅਰ ਇੰਡੀਆ ਹਾਦਸਾ ਵੀ ਭਾਰਤੀ ਖੁਫੀਆ ਏਜੰਸੀਆਂ ਦਾ ਗੰਦਾ ਕਾਰਾ ਹੀ ਨਿਕਲੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਹ ਜਦੋਂ ਇੱਕ ਤੋਂ ਬਾਅਦ ਇੱਕ ਡਿਵੈਲਪਮੈਂਟਸ ਤੇਜ਼ੀ ਨਾਲ ਹੋ ਰਹੀਆਂ ਤੇ ਮੇਰੀ ਮਨ ਦੇ ਰਾਡਾਰ ਦੇ ਉੱਤੇ ਜਾਂ ਮਨ ਦੀ ਸਕਰੀਨ ਦੇ ਉੱਤੇ ਆਲਮੋਸਟ 40 ਸਾਲ ਦਾ ਜਿਹੜਾ ਵਰਤਾਰਾ ਹੈ ਉਹ ਇੱਕ ਤੋਂ ਬਾਅਦ ਇੱਕ ਸੀਨ ਵਾਂਗ, ਜਿਵੇਂ ਤੁਸੀਂ ਪਾਸਟ ਦੇ ਉੱਤੇ ਵੱਲ ਨਜ਼ਰ ਮਾਰਦੇ ਹੋ ਤੇ ਪਾਸਟ ਤੁਹਾਨੂੰ ਜਿਹੜਾ ਉਹ ਰਿਮਾਈਂਡ ਕਰਵਾ ਰਿਹਾ ਹੁੰਦਾ, ਉਹ ਘੁੰਮ ਰਿਹਾ ਕਿ ਵੀ ਕਿਵੇਂ ਜੂਨ 84 ਦਾ ਘੱਲੂਘਾਰਾ ਸਿੱਖ ਕੌਮ ਦੀ ਬੇਬਸੀ, ਚਾਰ ਚਫੇਰਾ ਪੰਜਾਬ, ਕੱਟ ਆਫ ਦੁਨੀਆ ਨਾਲੋਂ ਕੋਈ ਸਾਧਨ ਤੁਹਾਡੀ ਆਪਣੀ ਗੱਲ ਬਾਹਰ ਕੱਢਣ ਦਾ ਨਹੀਂ, ਔਰ ਪਿੰਡਾਂ 'ਚੋਂ ਜੇ ਲੋਕ ਨਿਕਲ ਰਹੇ ਨੇ, ਮਾਰੇ ਜਾ ਰਹੇ ਨੇ, ਦਰਬਾਰ ਸਾਹਿਬ ਦੇ ਅੰਦਰ ਕੀ ਚੱਲ ਰਿਹਾ ਹੈ। 1 ਜੂਨ ਨੂੰ ਕੱਟ ਆਫ ਕਰ ਦਿੱਤਾ ਗਿਆ ਬੱਸ ਸਰਵਿਸ, ਟ੍ਰੇਨ ਸਰਵਿਸ, ਪੈਦਲ ਚੱਲਣ 'ਤੇ ਵੀ ਪਾਬੰਦੀ। 6 ਜੂਨ ਤੱਕ ਤੁਹਾਡੇ ਕੋਲ ਇੱਕੋ ਇੱਕ ਸਾਧਨ, ਉਹੀ ਉਹਨਾਂ ਦਾ ਝੂਠ ਦਾ ਪਲੰਦਾ ਜਿਹੜਾ ਸਵੇਰ ਤੋਂ ਸ਼ਾਮ ਤੱਕ ਉਹ ਸਿਰਜ ਰਹੇ ਸੀ ਭਾਰਤੀ ਦੂਰਦਰਸ਼ਨ, ਉਹੀ ਚੱਲ ਰਿਹਾ ਹੈ। ਉਹੀ ਖਬਰਾਂ, ਉਹੀ ਕਰੈਕਟਰ ਅਸੈਸੀਨੇਸ਼ਨ, ਉਹੀ ਜਿਹੜਾ ਭਾਂਤ ਦੀਆਂ ਖਬਰਾਂ ਕਿ ਦਰਬਾਰ ਸਾਹਿਬ ਦੇ ਅੰਦਰੋਂ ਜਿਹੜੀਆਂ ਨੇ ਡਰੱਗਸ ਔਰ ਲੜਕੀਆਂ ਔਰ ਦੂਸਰਾ ਮਿਲਿਆ ਔਰ ਇਸ ਕਿਸਮ ਦਾ। ਔਰ ਇੱਕ ਪਾਸੇ ਲਗਾਤਾਰਤਾ ਦੇ ਨਾਲ ਜੋ ਸਿੱਖ ਜਜ਼ਬਿਆਂ ਨੂੰ ਵਰੁੰਦਰਿਆ ਜਾ ਰਿਹਾ ਸੀ, ਕੋਈ ਗੱਲ ਬਾਹਰ ਨਹੀਂ ਸੀ। ਲੇਕਿਨ ਜਦੋਂ ਤੱਕ ਇਹ ਥੋੜ੍ਹੀ ਬਹੁਤ ਇਸ ਦੀ ਆਵਾਜ਼ ਬਾਹਰ ਪਹੁੰਚਣੀ ਸ਼ੁਰੂ ਹੋਈ, ਸਿੱਖ ਭਾਵੇਂ ਉਦੋਂ ਅਜੇ ਇੰਨੀ ਵੱਡੀ ਗਿਣਤੀ 'ਚ ਨਹੀਂ ਸੀ, ਉਹ ਲੰਡਨ ਹੋਏ, ਨਿਊਯਾਰਕ ਹੋਏ, ਸਰੀ ਵੈਨਕੂਵਰ, ਟੋਰਾਂਟੋ ਔਰ ਬਾਹਰ ਨਿਕਲੇ, ਵੱਡੇ ਵੱਡੇ ਪ੍ਰੋਟੈਸਟ ਹੋਣੇ ਸ਼ੁਰੂ ਹੋਏ। ਹਾਲਾਂ ਭਾਰਤ ਦੇ ਵਿੱਚ ਵੀ ਥੋੜ੍ਹਾ ਬਹੁਤ ਦਿੱਲੀ ਜਾਂ ਕਲਕੱਤੇ 'ਚ ਥੋੜ੍ਹੇ ਬਹੁਤ ਹੋਏ, ਲੇਕਿਨ ਇੰਨਾ ਖੌਫ ਪੈਦਾ ਕਰ ਦਿੱਤਾ ਗਿਆ ਸੀ ਕਿ ਵੀ ਕੋਈ ਬਹੁਤ ਜ਼ਿਆਦਾ ਨਹੀਂ ਸੀ ਕਿ ਵੀ ਕੀ ਹੋ ਰਿਹਾ। ਲੇਕਿਨ ਜਦੋਂ ਤੱਕ ਇਸ ਸਾਰੇ ਦਾ ਅਕਾਊਂਟ ਬਾਹਰ ਆਇਆ, ਔਰ ਅਸੀਂ ਜ਼ਿਕਰ ਕੀਤਾ ਸੀ 2 ਦਿਨ ਪਹਿਲੇ, ਬਾਰਬਰਾ ਕ੍ਰੋਸੈਟ ਜਿਹੜੀ ਨਿਊਯਾਰਕ ਟਾਈਮਸ ਦੀ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਔਰ ਉਸ ਦੀਆਂ ਸਟੋਰੀਜ਼ ਉਸ ਪੀਰੀਅਡ 'ਚ
ਨਿਊਯਾਰਕ ਟਾਈਮਜ਼ ਨੇ ਜੋ ਕੁਛ ਵੀ ਕੀਤਾ ਉਹ ਬੜਾ ਕਮੈਂਡੇਬਲ ਸੀ, ਬਾਹਰ ਸਟੋਰੀ ਨਿਕਲੀ। ਜਾਂ ਲੈ ਦੇ ਕੇ ਐਸੋਸੀਏਟਡ ਪ੍ਰੈਸ ਜਿਹੜੀ, ਜਿਹਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਵੀ ਦੁਨੀਆ ਦੀ ਕਿਵੇਂ ਉਹ ਇੱਕ ਰੈਪੂਟੇਬਲ ਏਜੰਸੀ ਹੈ, ਉਸ ਦਾ ਜਿਹੜਾ ਰਿਪੋਰਟਰ ਜਿਹੜਾ ਲੀਟਰ ਪਹੁੰਚਿਆ ਅੰਮ੍ਰਿਤਸਰ 'ਚ, ਬ੍ਰਹਮ ਚੇਲਾਨੀ, ਕਿਉਂਕਿ ਪੰਜਾਬ ਹਰਿਆਣਾ ਇਹ ਸਾਰੇ 14 ਟੈਲੀਫੋਨ ਟੈਲੀਗ੍ਰਾਮ ਸਭ ਕੱਟ ਆਫ ਸੀ, ਕੋਈ ਸ਼ਿਮਲਾ ਫਰੀ ਸੀ। ਸੋ ਉਹਨੇ ਜਾ ਕੇ ਜਦੋਂ ਬਾਅਦ ਦੇ ਵਿੱਚ ਸ਼ਿਮਲਾ ਤੋਂ ਸਟੋਰੀਜ਼ ਪੋਸਟ ਕੀਤੀਆਂ ਕਿ ਵੀ ਕੀ ਹੋਇਆ, ਕਿਵੇਂ ਡੰਪ ਟਰੱਕਸ ਦੇ ਵਿੱਚ ਬੋਡੀਜ਼ ਜਿਹੜੀਆਂ ਨੇ ਅੱਧ ਸੜੇ ਅੱਧ ਮਰੇ ਉਹਨਾਂ ਨੂੰ ਢੋਇਆ ਗਿਆ, ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਦੂਜੇ। ਉਹ ਇੱਕ ਜਿਹੜਾ ਐਸੋਸੀਏਟਡ ਪ੍ਰੈਸ ਰਾਹੀਂ ਇੱਕ ਖੌਫਨਾਕ ਵਰਤਾਰਾ ਜੋ ਭਾਰਤੀ ਸਟੇਟ ਨੇ ਡੈਮੋਕ੍ਰੇਸੀ ਦੇ ਨਾਂ ਥੱਲੇ ਸਿੱਖਾਂ ਦੇ ਸਭ ਤੋਂ ਪਵਿੱਤਰ ਥਾਂ ਦਰਬਾਰ ਸਾਹਿਬ ਔਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵਾਲੇ ਦਿਨ ਕੀਤਾ। ਸੋ ਉਹਦੇ ਥੱਲੇ ਇੱਕ ਸਿੰਪਥੀ ਵੇਵ ਜ਼ਰੂਰ ਪੈਦਾ ਹੋਈ। ਖਾਸ ਤੌਰ 'ਤੇ ਅਸੀਂ ਅਮਰੀਕਾ ਔਰ ਕੈਨੇਡਾ ਦੇ ਹਵਾਲੇ ਨਾਲ ਕਹਿ ਸਕਦੇ ਹਾਂ। ਬ੍ਰਿਟਨ 'ਚ ਤਾਂ ਉਹ ਮਾਰਗਰਟ ਥੈਚਰ ਦਾ ਕੀ ਰੋਲ ਸੀ। ਹੁਣ ਮੇਰੇ ਖਿਆਲ ਹੈ 4 ਜੁਲਾਈ ਨੂੰ ਰਿਸ਼ੀ ਸੁਨਕ ਨੇ, ਪ੍ਰਾਈਮ ਮਿਨਿਸਟਰ ਨੇ, ਇਲੈਕਸ਼ਨਾਂ ਆਰਡਰ ਕਰ ਦਿੱਤੀਆਂ ਯੂਕੇ ਦੇ ਵਿੱਚ, ਤੇ ਇਹ ਜਾਂਦੀ ਲੱਗੇਗੀ ਕੰਜ਼ਰਵੇਟਿਵ ਸਰਕਾਰ ਬੁਰੀ ਤਰ੍ਹਾਂ ਹਾਰੇਗੀ। ਔਰ ਅਸੀਂ ਹੋਪ ਕਰਦੇ ਹਾਂ ਕਿ ਲੇਬਰ ਪਾਰਟੀ ਆਉਂਦੀ ਹੈ ਔਰ ਟਰੂਥ ਕਮਿਸ਼ਨ ਔਰ ਇਨਵੈਸਟੀਗੇਸ਼ਨ ਔਰ ਡੀਕਲਾਸੀਫਾਈਡ ਡਾਕੂਮੈਂਟ ਹੁੰਦੇ ਨੇ ਤੇ ਇਹ ਸਾਹਮਣੇ ਆਏਗਾ ਵੀ ਉਹਨਾਂ ਦਾ ਕੀ ਰੋਲ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਕੈਨੇਡਾ 'ਚ ਪਰਸੈਂਟੇਜ ਵਾਈਜ਼ ਸਿੱਖ ਜ਼ਿਆਦਾ ਵੀ ਸਨ ਔਰ 80s ਦੇ ਵਿੱਚ ਹੀ ਜਿਹੜਾ ਹੈ ਉੱਥੇ ਅਵੇਅਰਨੈਸ ਵੀ ਪੈਦਾ ਹੋ ਗਈ ਸੀ। ਔਰ ਅਸੀਂ ਜੇ ਸੌਫਟ ਟਾਰਗੇਟ ਜਿਹਦਾ ਹਵਾਲਾ ਅਕਸਰ ਅਸੀਂ ਦਿੰਦੇ ਹਾਂ ਉਸ ਦੀ ਦੇਖੀਏ ਤਾਂ ਇੰਡੀਅਨ ਏਜੰਸੀਆਂ ਤਾਂ ਉੱਥੇ 70s ਤੋਂ ਹੀ ਐਕਟਿਵ ਸੀ, ਕਿਉਂਕਿ ਉਹਨਾਂ ਨੇ ਵੀ ਕੈਲਕੂਲੇਟ ਕੀਤਾ ਹੋਇਆ ਸੀ ਕਿ ਇੱਥੇ ਜਦੋਂ ਅਸੀਂ ਇਹਨਾਂ ਨੂੰ ਥ੍ਰੋਟਲ ਕਰਨਾ ਹੈ, ਇਹਨਾਂ ਨੂੰ ਘੇਰ ਕੇ ਮਾਰਨਾ, ਇਹਨਾਂ ਦੇ ਗੋਡੇ ਲਵਾਉਣੇ ਨੇ, ਤੇ ਸਭ ਤੋਂ ਜ਼ਿਆਦਾ ਜਿੱਥੇ ਪਾਪੂਲੇਸ਼ਨ ਵਾਈਜ਼ ਜਾਂ ਅਵੇਅਰਨੈਸ ਦੇ ਲੈਵਲ ਦੇ ਉੱਤੇ ਕੋਈ ਪ੍ਰੋਟੈਸਟ ਹੋਏਗਾ ਤੇ ਕੈਨੇਡਾ ਹੋਏਗਾ। ਸੋ ਆਲਰੇਡੀ ਗੁਰਦੁਆਰਿਆਂ ਦੇ ਵਿੱਚ ਉਹਨਾਂ ਦੀ ਇਨਵੋਲਵਮੈਂਟ ਸੀ। ਲੇਕਿਨ ਜਿਸ ਕਿਸਮ ਦਾ ਘਿਨਾਉਣਾ ਵਾਕਿਆ ਇਹਨਾਂ ਨੇ ਫਿਰ 85 ਦੇ ਵਿੱਚ ਕਨਿਸ਼ਕਾ ਜਹਾਜ਼ ਦੇ ਹਾਦਸੇ ਦਾ ਕੀਤਾ, ਕਿਉਂਕਿ 84 ਤੋਂ 85 ਤੱਕ ਪਹੁੰਚਦੇ ਆ ਬਹੁਤ ਸਾਰੇ ਫੈਕਟਸ ਜਿਹੜੇ ਨੇ ਉਹ ਬਾਹਰ ਆਣੇ ਸ਼ੁਰੂ ਹੋ ਗਏ ਸੀ। ਔਰ ਇੱਕ ਸਿੰਪਥੀ ਅਮਰੀਕਾ ਦੇ ਵਿੱਚ ਜੈਸੀ ਹੈਲਮਜ਼ ਜਿਹੜੇ ਇੱਥੋਂ ਕੈਰੋਲਾਈਨਾ ਤੋਂ ਸੈਨੇਟਰ ਸੀ ਔਰ ਉਸ ਜ਼ਮਾਨੇ 'ਚ ਜਿਹੜੇ ਸਿੱਖ ਅਮਰੀਕਾ 'ਚ ਲੌਬੀ ਕਰ ਰਹੇ ਸੀ, ਉਹਨਾਂ 'ਚ ਵੀ ਇੱਕ ਸਿੰਪਥੀ ਅਮਰੀਕਨ ਲਾਅ ਮੇਕਰਸ ਦੇ ਵਿੱਚ। ਉਦੋਂ ਅਜੇ ਅਮਰੀਕਾ ਜਿਹੜਾ ਹੈ ਉਹ ਭਾਰਤ ਦਾ ਕੋਈ ਸਟ੍ਰੈਟੇਜਿਕ ਪਾਰਟਨਰ ਨਹੀਂ ਸੀ ਬਣਿਆ, ਕੋਈ ਬੁਲ ਵਾਕ ਅਗੇਂਸਟ ਚਾਈਨਾ ਨਹੀਂ ਸੀ। ਭਾਰਤ ਵੀ ਸੋਵੀਅਤ ਯੂਨੀਅਨ ਦੇ ਉਸ ਦਾਇਰੇ 'ਚ ਘੁੰਮ ਰਿਹਾ ਸੀ ਔਰ ਇਸ ਲਈ ਅਮਰੀਕਾ ਦੀ ਦਿਲਚਸਪੀ ਸਿੱਖਾਂ ਦੇ ਵਿੱਚ ਸੀ। ਕੈਨੇਡਾ ਦੇ ਵਿੱਚ ਜ਼ਾਹਰ ਹੈ ਕਿ ਵੀ ਜੋ ਸਿੱਖਾਂ ਨੇ ਤਾਂ ਆਵਾਜ਼ ਚੁੱਕਣੀ ਸੀ। ਸੋ ਇੰਡੀਅਨ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਜਿਹੜੀ ਸਾਡਾ ਪਾਰਟ ਜੋ ਅਸੀਂ ਸਿੱਖਾਂ ਨੂੰ ਘੇਰ ਕੇ ਮਾਰ ਕੇ ਟੋਟਲ ਵਾਰ ਡਿਕਲੇਅਰ ਕੀਤੀ ਹੈ, ਇਹਦਾ ਜੇ ਸਿੰਪਥੀ ਵੇਵ ਕੈਨੇਡਾ ਅਮਰੀਕਾ ਦੇ ਵਿੱਚ ਅੱਗੇ ਵਧੀ ਇੱਥੋਂ ਦੇ ਲਾਅ ਮੇਕਰਸ, ਓਪੀਨੀਅਨ ਮੇਕਰਸ ਐਂਡ ਡਿਸੀਜਨ ਮੇਕਰਸ ਦੇ ਵਿੱਚ, ਤਾਂ ਇਹ ਇੱਕ ਖਾਲਿਸਤਾਨ ਦੀ ਮੂਵਮੈਂਟ ਨੂੰ ਪੁਖਤਾ ਕਰ ਦੇਗੀ। ਸੋ ਜਿਹੜਾ ਸਭ ਤੋਂ ਘਿਨਾਉਣੀ ਉਹਨਾਂ ਨੇ ਹਰਕਤ ਕੀਤੀ ਉਹ ਸੀ ਕਨਿਸ਼ਕਾ ਜਹਾਜ਼ ਏਅਰ ਇੰਡੀਆ, ਉਸ ਦਾ ਜਿਹੜਾ ਹੈ ਉਸ ਨੂੰ ਉਡਾਣਾ। ਉਸ ਦੇ ਲਈ 2 ਜਹਾਜ਼, ਇੱਕ ਨਰੇਤਾ ਤੇ ਇੱਕ ਜਿਹੜੀ ਉਹਨਾਂ ਦੀ ਸਾਰੀ, ਮੈਂ ਹੁਣ ਇਸ ਡਿਟੇਲ 'ਚ ਨਹੀਂ ਜਾਵਾਂਗਾ। ਸਾਨੂੰ ਪਹਿਲੇ ਦਿਨ ਤੋਂ ਹੀ ਕੋਈ ਭੁਲੇਖਾ ਨਹੀਂ ਰਿਹਾ ਕਿ ਭਾਈ ਇਸ ਦੇ ਬਿਹਾਈਂਡ ਕੌਣ ਹੈ। ਬੇਸ਼ੱਕ ਉਸ ਜਜ਼ਬਾਤੀ ਦੌਰ ਦੇ ਵਿੱਚ ਪੱਗਾਂ ਵਾਲੇ ਜਿਹੜੇ ਕਿਰਦਾਰ ਨੇ ਉਹ ਵਰਤੇ ਗਏ ਹੋਣ ਐਜ਼ ਏ ਫਰੰਟ ਚਿਹਰੇ, ਜਿਨ੍ਹਾਂ ਦੇ ਵਿੱਚ ਅਸੀਂ ਬਾਅਦ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਉਹ ਇੰਦਰਜੀਤ ਸਿੰਘ ਰਿਆਤ ਯੂਕੇ ਦਾ ਸਿਟੀਜ਼ਨ ਵੀ, ਔਰ ਜਾਂ ਉਹਦੇ 'ਚ ਤਲਵਿੰਦਰ ਸਿੰਘ ਪਰਮਾਰ ਜਾਂ ਰਿਪੁਦਮਨ ਸਿੰਘ ਮਲਕ ਜਾਂ ਇਹ ਨਾਂ ਜਿਹੜੇ ਨੇ ਇਹ ਲਿਆਂਦੇ ਗਏ। ਪਰ ਅਸੀਂ ਉਸ ਵੇਰ ਵਿੱਚ ਵੀ ਨਹੀਂ ਜਾਵਾਂਗੇ ਕਿਉਂਕਿ ਇਹ ਸਾਡਾ ਵਿਸ਼ਾ ਨਹੀਂ ਹੈ ਗੱਲ ਕਰਨ ਦਾ। ਪਰ ਇੱਕ ਜਿਹੜਾ ਪ੍ਰੋਮੀਨੈਂਟ ਕਰੈਕਟਰ ਜਿਸ ਨੂੰ ਸੌਫਟ ਟਾਰਗੇਟ ਕਿਤਾਬ ਜਿਹੜੇ 2 ਪ੍ਰੋਮੀਨੈਂਟ ਜਰਨਲਿਸਟ ਨੇ ਲਿਖੀ, ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਦੇ, ਉਹਨਾਂ ਨੇ ਜਿਹੜਾ ਇੱਕ ਚਿਹਰੇ ਨੂੰ ਉਭਾਰਿਆ ਉਹ ਰਿਪੁਦਮਨ ਸਿੰਘ ਮਲਕ ਦਾ ਸੀ ਕਿ ਕਿਵੇਂ ਵੱਡਾ ਸਿੱਖ ਬਿਜ਼ਨਸਮੈਨ ਜਿਹੜਾ ਉਸ ਵੇਲੇ ਜਿਨ੍ਹਾਂ ਦੀ ਬਿਜ਼ਨਸ ਇੰਪੋਰਟ ਐਕਸਪੋਰਟ ਦਾ ਕ੍ਰਾਈਸਿਸ ਦੇ ਵਿੱਚ ਸੀ ਔਰ ਕਿਵੇਂ ਉਹ ਉਸ ਪੀਰੀਅਡ ਦੇ ਵਿੱਚ ਜਿਹੜਾ ਉਹਦਾ ਕੀ ਰੋਲ ਰਿਹਾ ਕੀ ਨਹੀਂ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਟਰਾਇਲ ਜਦੋਂ ਚੱਲਿਆ ਤੇ 2005 ਦੇ ਵਿੱਚ ਐਨਫ ਐਵੀਡੈਂਸ ਨਾ ਹੋਣ ਕਰਕੇ ਰਿਪੁਦਮਨ ਸਿੰਘ ਮਲਕ ਨੂੰ ਐਕਵਿਟ ਕਰ ਦਿੱਤਾ ਗਿਆ
ਔਰ ਰਿਪਦਮਨ ਸਿੰਘ ਮਲਕ ਕੋਈ ਛੋਟਾ ਨਾਂ ਨਹੀਂ ਸੀ ਸਿੱਖ ਦਾ ਹਲਕਿਆਂ ਦੇ ਵਿੱਚ ਵੀ, ਅੱਛਾ ਕਿਉਂਕਿ ਉਸ ਨੇ ਖਾਲਸਾ ਸਕੂਲ ਸਰੀ ਦੇ ਵਿੱਚ ਬਣਾਇਆ, ਖਾਲਸਾ ਕ੍ਰੈਡਿਟ ਯੂਨੀਅਨ ਜਿਹੜੀ ਹੈ ਵਪਾਰ ਵਾਈਜ਼ ਵੀ ਉਹਨੇ ਕਾਮਯਾਬ ਕੀਤੀ, ਖਾਲਸਾ ਕ੍ਰੈਡਿਟ ਯੂਨੀਅਨ, ਔਰ ਸਤਨਾਮ ਟਰਸਟ ਜਿਹਦੇ ਥੱਲੇ ਬਹੁਤ ਸਾਰੀਆਂ ਧਾਰਮਿਕ ਔਰ ਦੂਸਰੀਆਂ ਕਿਤਾਬਾਂ ਦੀ ਪਬਲੀਕੇਸ਼ਨ, ਔਰ ਦੂਸਰਾ ਔਰ ਉਹਦਾ ਰਿਪਦਮਨ ਸਿੰਘ ਮਲਕ ਦਾ ਗੁਰਮੁਖੀ ਰੂਪ ਪ੍ਰਕਾਸ਼ ਦਾੜਾ ਅਖੰਡ ਕੀਰਤਨੀ ਜਥਿਆਂ ਦੇ ਨਾਲ ਜਿਹੜਾ ਹੈ ਉਹਨਾਂ ਦੀ ਨੇੜਤਾ। ਸੋ ਇਹ ਸਾਰੇ ਪਾਰਟ ਜਿਹੜੇ ਨੇ ਉਹਨਾਂ ਦਾ ਆਲਰੇਡੀ ਕਮਿਊਨਿਟੀ ਦੇ ਵਿੱਚ ਇੱਕ ਪੋਜ਼ਿਟਿਵ ਇਮੇਜ ਸੀ। ਔਰ ਕਿਉਂਕਿ 84 ਦੇ ਦੌਰ 'ਚ ਹਰ ਸਿੱਖ ਇਹ ਮਹਿਸੂਸ ਕਰਦਾ ਸੀ ਕਿ ਜੋ ਸਾਡੇ ਤੇ ਹਮਲਾ ਹੋਇਆ, ਜੋ ਸਰਕਾਰ ਨੇ ਕੀਤਾ, ਅਸੀਂ ਇਸ ਨੂੰ ਕਾਊਂਟਰ ਕਰਨਾ ਹੈ। ਸੋ ਉਸ ਪੀਰੀਅਡ 'ਚ ਇੱਕ ਜਿਹੜਾ ਜੈਨੂਇਨ ਸਮਝਦੇ ਸੀ ਉਸ ਕਿ ਵੀ ਸ਼ਾਇਦ ਐਮੋਸ਼ਨਲੀ ਕੈਰੀ ਅਵੇ ਹੋ ਗਏ ਹੋਣਗੇ, ਔਰ ਉਹਦੇ 'ਚ ਜਿਹੜਾ ਮਾਸਟਰਮਾਈਂਡ ਤਾਂ ਇੰਡੀਅਨ ਏਜੰਸੀਆਂ ਨੇ ਕੀਤਾ। ਹੁਣ ਹੁੰਦਾ ਕੀ ਹੈ, ਔਰ ਮੈਂ ਕਿਉਂਕਿ ਕੁਝ ਸਾਡੇ ਹੁਣ ਵੀ ਸਾਡਾ ਇਹ ਫੀਅਰ ਹੁੰਦਾ ਹਮੇਸ਼ਾ ਕਿ ਭਾਈ ਜਿਹੜੇ ਸਾਡੇ ਨੌਜਵਾਨ ਖਾਸ ਤੌਰ 'ਤੇ ਜਜ਼ਬਾਤੀ ਸਿੰਘ ਨੇ, ਸਿੰਘਣੀਆਂ ਨੇ, ਉਹਨਾਂ ਨੂੰ ਬਹੁਤ ਧਿਆਨ ਰੱਖਣ ਦੀ ਲੋੜ ਹੈ ਕਿ ਵੀ ਇਸ ਕਿਸਮ ਦੇ ਟਰੈਪ 'ਚ ਨਾ ਫਸਣ। ਪਰ ਜਿਹੜਾ ਇੱਕ ਸਿਨੇਰੀਓ ਮੈਂ ਕਲਪਿਤ ਕਰ ਸਕਦਾ ਹਾਂ ਕਿ ਜੇ ਕੁਛ ਜਿਹੜੇ ਨੇ ਪੱਗਾਂ ਵਾਲੇ ਕਿਰਦਾਰ ਵੀ ਇਹਨਾਂ ਦੇ ਢੇ ਚੜ੍ਹੇ ਜਾਂ ਚੜ੍ਹਦੇ ਨੇ ਜਾਂ ਕੱਲ੍ਹ ਨੂੰ ਵੀ ਚੜ੍ਹ ਸਕਦੇ ਨੇ, ਉਹ ਹੁੰਦਾ ਵੀ ਇਵੇਂ ਹੈ ਜੇ ਹੁਣ ਇੱਕ ਕਰੈਕਟਰ ਜਿਸ ਦਾ ਨਾਂ ਪਹਿਲਾਂ ਅਮਰਜੀਤ ਸਿੰਘ ਕਰਕੇ ਹੁਣ ਇਹ ਸਾਰੀ ਸਟੋਰੀ, ਕਿਉਂਕਿ ਇਹ ਸਾਰਾ ਮੈਂ ਬੈਕਗਰਾਊਂਡ ਇਸ ਲਈ ਡਿਸਕਸ ਕਰ ਰਿਹਾ ਕਿ CBC ਨੇ ਜਿਹੜੀ ਸਟੋਰੀ ਕੁਛ ਦੇਰ ਪਹਿਲਾਂ ਬ੍ਰੇਕ ਕੀਤੀ, ਔਰ ਉਸ ਤੋਂ ਪਹਿਲਾਂ ਇਹ ਸਾਹਮਣੇ ਆਇਆ ਸੀ ਕਿ 2022 ਦੇ ਵਿੱਚ ਰਿਪਦਮਨ ਸਿੰਘ ਮਲਕ ਜਿਹੜੇ ਇੱਕ ਪ੍ਰੋਮੀਨੈਂਟ ਬਿਜ਼ਨਸਮੈਨ ਸੀ ਔਰ ਜਿਹੜੇ ਮੇਨ ਐਕਿਊਜ਼ਡ ਸੀ ਏਅਰ ਇੰਡੀਆ ਕੇਸ ਦੇ ਵਿੱਚ, ਉਹਨਾਂ ਦੀ ਐਕਵਿਟਲ 2005 ਦੇ ਵਿੱਚ ਹੋਈ, ਪਰ ਫਿਰ 2019 ਦੇ ਵਿੱਚ ਸ਼ਾਇਦ ਉਹਨਾਂ ਨੂੰ ਸਪੈਸ਼ਲ ਜਿਹੜਾ ਐਗਜ਼ੈਂਪਟ ਕਰਕੇ ਵੀਜ਼ਾ ਦਿੱਤਾ ਗਿਆ ਇੰਡੀਆ ਦਾ। ਉੱਥੇ ਗਏ, ਉਹ ਸਮੰਤ ਗੋਇਲ ਨੂੰ ਵੀ ਮਿਲੇ, ਉਹ ਅਜੀਤ ਡੋਵਲ ਨੂੰ ਵੀ ਮਿਲੇ, ਫਿਰ ਵਾਪਸ ਆਏ। ਉਹਨਾਂ ਨੇ ਕਿਹਾ ਜੀ ਬਾਹਰਲੇ ਮੋਦੀ ਗਵਰਨਮੈਂਟ ਨੂੰ, ਮੋਦੀ ਨੂੰ ਲੈਟਰ ਵੀ ਲਿਖਿਆ ਥੈਂਕਸ ਦਾ, ਔਰ ਇਹ ਵੀ ਕਿਹਾ ਕਿ ਜੀ ਜੋ ਮੋਦੀ ਕਰ ਰਿਹਾ ਸਿੱਖਾਂ ਦਾ ਕੋਈ ਨਹੀਂ, ਅਸੀਂ ਭਟਕ ਗਏ ਸੀ ਬਾਹਰ, ਥੋੜ੍ਹੇ ਜਿਹੇ ਸਿੱਖ ਨੇ। ਫਿਰ ਇਹ ਵੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਰਿਪਦਮਨ ਸਿੰਘ ਮਲਕ ਜਿਹੜੇ ਨੇ ਉਹ ਕੰਟੈਂਡਰ ਨੇ ਹੁਣ ਸਿੱਖਾਂ ਦੀ ਲੀਡਰਸ਼ਿਪ ਦੇ ਸਰੀ ਗੁਰਦੁਆਰੇ ਨਾਲ ਰਿਲੇਟਡ, ਗੁਰੂ ਨਾਨਕ ਸਿੱਖ ਗੁਰਦੁਆਰਾ ਜਿਸ ਦੇ ਜਿਹੜੇ ਨੇ ਹਰਦੀਪ ਸਿੰਘ ਨਿੱਜਰ ਪ੍ਰਧਾਨ ਸੀ। ਔਰ ਫਿਰ ਅਚਾਨਕ ਖਬਰ ਆਈ ਕਿ ਵੀ 2022 ਦੇ ਵਿੱਚ ਉਹਨਾਂ ਦਾ ਨਿਊਟਨ ਇੱਕ ਟਾਊਨ ਹੈ ਸਰੀ ਔਰ ਵੈਨਕੂਵਰ ਦੇ ਵਿਚਾਲੇ, ਆਪਣੇ ਜਿੱਥੇ ਕਿ ਉਹ ਕਾਰੋਬਾਰ ਜਾ ਰਹੇ ਸੀ, ਉੱਥੇ ਉਹਨਾਂ ਦਾ ਮਰਡਰ ਹੋਇਆ। ਔਰ ਇੱਕਦਮ ਇੰਡੀਅਨ ਮੀਡੀਆ ਨੇ ਇਸ ਖਬਰ ਨੂੰ ਇਵੇਂ ਪਲਾਂਟ ਕੀਤਾ ਕਿ ਜੀ ਦੇਖੋ ਇਹ ਕਿਉਂਕਿ ਇਹ ਰਿਪਦਮਨ ਸਿੰਘ ਮਲਕ ਹੁਣ ਇੰਡੀਅਨ ਖੈਮੇ 'ਚ ਆ ਗਏ ਸੀ, ਉਹਨਾਂ ਨੇ ਖਾਲਿਸਤਾਨ ਤੋਂ ਤੋਬਾ ਕਰ ਲਈ ਸੀ। ਇੰਡੀਅਨ TV ਦੇ ਉੱਤੇ ਬੈਠ ਕੇ ਵੀ ਉਹਨਾਂ ਨੇ ਖਾਲਿਸਤਾਨ ਦੇ ਖਿਲਾਫ ਇੰਟਰਵਿਊ ਦਿੱਤੇ ਔਰ ਮੋਦੀ ਦਾ ਥੈਂਕ ਯੂ ਕੀਤਾ। ਔਰ ਇੱਥੇ ਔਰ ਕਿਉਂਕਿ ਹਰਦੀਪ ਸਿੰਘ ਨਿੱਜਰ ਔਰ ਦੂਸਰੇ ਸਾਰੇ ਖਾਲਿਸਤਾਨੀ ਬ੍ਰਿਗੇਡ ਜਿਹੜੀ ਹੈ ਉਹਨੂੰ ਪਸੰਦ ਨਹੀਂ ਸੀ, ਔਰ ਇਹਨਾਂ ਨੇ ਹੀ ਜਿਹੜਾ ਇਹਨਾਂ ਦਾ ਮਰਡਰ ਕਰਵਾਇਆ ਜਾਂ ਕੀਤਾ। ਔਰ ਇਸ ਕਿਸਮ ਦੀਆਂ ਸਟੋਰੀਜ਼ ਉਹਨੂੰ ਜੋੜੀਆਂ ਗਈਆਂ। ਹਾਲਾਂਕਿ ਦੋ ਬੰਦੇ ਜਿਹੜੇ ਰਿਪਦਮਨ ਸਿੰਘ ਮਲਕ ਦੇ ਮਰਡਰ ਦੇ ਲਈ ਫੜੇ ਗਏ, ਦੋਨੋਂ ਨੌਨ ਸਿੱਖ ਨੇ। ਹੁਣ ਵਾਲੇ ਤਾਂ ਉਹਨਾਂ ਨੇ ਚਾਰੋਂ ਹੀ ਜਿਹੜੇ ਨੇ ਉਹ ਸਿੱਖਾਂ ਦੇ ਮੁੰਡੇ ਇਸਤੇਮਾਲ ਕੀਤੇ, ਔਰ ਇਸ ਲਈ ਉਹ ਕਨੈਕਸ਼ਨ ਐਸਟੈਬਲਿਸ਼ ਨਹੀਂ ਸੀ ਹੋ ਰਿਹਾ। ਔਰ ਇਸ ਤੋਂ ਬਾਅਦ ਬਹੁਤੀ ਖਬਰ ਇਸ ਲਈ ਵੀ ਨਹੀਂ ਆਈ ਕਿਉਂਕਿ ਬਹੁਤਿਆਂ ਦੀਆਂ ਨਜ਼ਰਾਂ 'ਚ ਰਿਪਦਮਨ ਸਿੰਘ ਮਲਕ ਜਿਹੜੇ ਨੇ ਉਹ ਆਲਰੇਡੀ ਦੂਸਰੇ ਖੈਮੇ 'ਚ ਜਾ ਚੁੱਕੇ ਸੀ। ਹਾਲਾਂਕਿ ਈਵਨ ਅਸੀਂ ਵੀ ਇਸ ਗੱਲ ਦਾ ਜ਼ਿਕਰ ਪਾਸਿੰਗ ਰੈਫਰੈਂਸ ਦੇ ਵਿੱਚ ਕਈ ਪ੍ਰੋਗਰਾਮਾਂ 'ਚ ਕੀਤਾ ਹੋਏਗਾ ਕਿ ਏਜੰਸੀਆਂ ਦਾ ਇਹ ਇੱਕ ਫਾਰਮੂਲਾ ਵੀ ਹੁੰਦਾ ਹੈ ਕਿ ਜਿਨ੍ਹਾਂ ਨੂੰ ਉਹਨਾਂ ਨੇ ਵਰਤਿਆ ਹੁੰਦਾ ਹੈ ਔਰ ਜਿਨ੍ਹਾਂ ਦੇ ਕੋਲ ਬਹੁਤ ਸਾਰੇ ਭੇਤ ਹੁੰਦੇ ਨੇ, ਉਹਨਾਂ ਨੂੰ ਫਾਈਨਲੀ ਡੰਪ ਕਰ ਦਿੱਤਾ ਜਾਂਦਾ ਹੈ। ਔਰ ਇਹ ਉਹਨਾਂ ਦਾ ਹੀ, ਏਜੰਸੀਆਂ ਦਾ ਹੀ ਘਰ ਹੈ। ਬਿਲਕੁਲ। ਇਹ ਕ੍ਰੈਡਿਟ ਸਰ ਸਿਮਰਨਜੀਤ ਸਿੰਘ ਮਾਨ ਨੂੰ ਜਾਂਦਾ ਹੈ ਕਿ ਵੀ ਉਹਨਾਂ ਨੇ ਪਿਛਲੇ 1.5 ਸਾਲ 'ਚ ਜਦੋਂ ਤੋਂ ਮੈਂਬਰ ਪਾਰਲੀਮੈਂਟ ਬਣੇ, ਜਦੋਂ ਵੀ ਉਹਨਾਂ ਨੇ ਇੰਡੀਆ ਦੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਜ਼ਿਕਰ ਕੀਤਾ, ਉਸ ਲਿਸਟ ਦੇ ਵਿੱਚ ਉਹ ਰਿਪਦਮਨ ਸਿੰਘ ਮਲਕ ਤੋਂ ਭਾਈ ਪਰਮਜੀਤ ਸਿੰਘ ਪੰਜਵੜ ਤਾਂ ਮਈ 2023 'ਚ ਜਾਂ ਜੂਨ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ, ਉਹ ਉਸ ਤੋਂ ਵੀ ਪਹਿਲਾਂ 2022 'ਚ ਰਿਪਦਮਨ ਸਿੰਘ ਮਲਕ ਦਾ ਨਾਂ ਜ਼ਰੂਰ ਲੈਂਦੇ ਸੀ ਕਿ ਵੀ ਇਹਨਾਂ ਨੂੰ ਵੀ ਇੰਡੀਅਨ ਏਜੰਸੀਆਂ ਨੇ ਮਾਰਿਆ। ਸੋ ਅਸੀਂ ਇਹ ਸਾਡਾ ਫਾਰਮੈਟ ਇਸ ਵੇਲੇ ਇਹ ਨਹੀਂ ਹੈ ਕਿ ਵੀ ਰਿਪਦਮਨ ਸਿੰਘ ਮਲਕ ਕਿਵੇਂ ਪੰਥਕ ਦਾਇਰਾਕਾਰ 'ਚੋਂ ਨਿਕਲ ਕੇ ਦੁਸ਼ਮਣ ਦੀ ਖੇਡ ਦੇ ਵਿੱਚ ਚਲੇ ਗਏ ਜਾਂ ਉਹ ਕੀ ਹਾਲਾਤ ਹੋਣਗੇ ਜਿਨ੍ਹਾਂ ਥੱਲੇ
ਉਹਨਾਂ ਨੇ ਪਹਿਲਾ ਕਾਰਾ ਜਾਂ ਉਸ ਤੋਂ ਬਾਅਦ ਮਾਫੀਨਾਮੇ ਤੱਕ ਜਾਂ ਜਾਣ ਦੀ ਗੱਲ ਕੀਤੀ। ਲੇਕਿਨ ਅੱਜ ਜਿਹੜੀ CBC ਦੀ ਸਟੋਰੀ ਇਸ ਵੇਲੇ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, ਸਾਰੇ ਪਾਸੇ ਜਿਸ ਨੇ ਤਹਿਲਕਾ ਮਚਾਇਆ ਹੋਇਆ ਕਿ ਜਿਹੜੀ ਗੱਲ ਇਨਸਾਈਡਰਸ ਜਾਂ ਜਿਹੜੇ ਲੋਕ ਸਾਡੇ ਵਰਗੇ ਬੈਠ ਕੇ ਥੋੜ੍ਹਾ ਬਹੁਤ ਜਿਹਨੂੰ ਅਸੀਂ ਅਮਰੀਕਾ ਦਾ ਉਹ ਡਕ ਟੈਸਟ ਕਹਿੰਦੇ ਹਾਂ ਕਿ what looks like a duck, quacks like a duck, walks like a duck is a duck। ਅਸੀਂ ਖਬਰਾਂ ਨੂੰ ਜਦੋਂ ਦੇਖਦੇ ਹਾਂ ਉਹਦੇ ਖਬਰ ਦੇ ਵੀ ਨੈਣ ਨਕਸ਼ ਹੁੰਦੇ ਨੇ, ਖਬਰ ਦਾ ਵੀ ਮੁਹਾਂਦਰਾ ਹੁੰਦਾ, ਖਬਰ ਦਾ ਵੀ ਕੱਦ ਬੁੱਤ ਹੁੰਦਾ ਤੇ ਖਬਰ ਦੇ ਪਿੱਛੇ ਖਬਰ ਦਾ ਇੱਕ ਪਰਛਾਵਾਂ ਵੀ ਹੁੰਦਾ। ਜੇ ਤੁਸੀਂ ਇਹ ਸਾਰੇ ਹੀ ਦੇਖੋ ਤਾਂ ਫਿਰ ਉਹ ਡਕ ਟੈਸਟ ਵਾਂਗੂ ਕਿ ਬਈ ਜਿਹੜੇ ਵਾਕ ਕਰਦੀ ਹੈ ਕੁਐਕ ਕੁਐਕ ਜਿਹੜੀ ਹੈ ਡਕ ਵਾਂਗ ਕਰਦੀ ਹੈ ਉਹ ਡਕ ਹੈ। ਸੋ ਸਾਨੂੰ ਕੋਈ ਭੁਲੇਖਾ ਨਹੀਂ ਸੀ ਕਿ ਵੀ ਇਹ ਇਸਤੇਮਾਲ ਵੀ ਹੋਏ ਸੱਜਣ ਇਨ ਸਪਾਈਟ ਆਫ ਕੀ ਹਾਲਾਤ ਨੇ ਸਾਨੂੰ ਨਹੀਂ ਪਤਾ ਹੈ। ਲੇਕਿਨ ਫਾਈਨਲੀ ਜਿਹੜਾ ਹੈ ਡੰਪ ਵੀ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਨੂੰ ਲੱਗਾ ਕਿ ਵੀ ਇਹਨਾਂ ਦੀ ਯੂਜ਼ਫੁਲਨੈਸ ਹੋ ਗਈ। ਔਰ ਉਹਨੂੰ ਕਿਉਂਕਿ ਹੁਣ ਦੂਸਰਿਆਂ ਨੂੰ ਜਿਹੜੇ ਆਲਰੇਡੀ ਫਰੰਟ ਹਰਦੀਪ ਸਿੰਘ ਨਿੱਜਰ ਜਾਂ ਜਿਹੜੇ ਐਕਟਿਵਿਸਟ ਅੱਗੋਂ ਖਾਲਿਸਤਾਨ ਦੇ ਲਈ ਨਿਤਰੇ ਸੀ, ਉਹਨਾਂ ਨੇ ਕਿਹਾ ਦੋਨਾਂ ਨੂੰ ਦੇ ਨਾਲ ਜੋੜ ਦਿਓ ਕਿ ਜੀ ਇਹ ਕਿਉਂਕਿ ਹੁਣ ਇਹ ਖਾਲਿਸਤਾਨ ਦੇ ਹੱਕ 'ਚ ਨਹੀਂ ਨੇ, ਇੰਡੀਅਨ ਗਵਰਨਮੈਂਟ ਲਈ ਭੁਗਤ ਰਹੇ ਨੇ, ਤੇ ਇਹਨਾਂ ਨੇ ਇਸ ਨੂੰ ਐਲੀਮੀਨੇਟ ਕੀਤਾ। ਹੁਣ ਜਿਹੜੀ ਇਹ ਖਬਰ ਹੈ ਜਿਸ ਦਾ ਹੁਣ ਜਿਹੜੀ ਕੈਨੇਡਾ ਦੀ ਇਨਵੈਸਟੀਗੇਟਿਵ ਏਜੰਸੀ RCMP ਉਹਨੂੰ ਕਿਹਾ ਜਾਂਦਾ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ, ਔਰ ਕਿਉਂਕਿ ਮਾਊਂਟਡ ਹੈ ਘੋੜਿਆਂ ਤੇ ਚੜ੍ਹੇ ਨੇ ਇਸ ਲਈ ਇਹਨਾਂ ਨੂੰ ਮਾਊਂਟੀਜ਼ ਵੀ ਕਹਿੰਦੇ ਨੇ। CBC ਦੀ ਇਹ ਸਟੋਰੀ ਹੈ ਮਾਊਂਟੀਜ਼ ਵਾਰਨ son of man acquitted in Air India bombings that his life may be in danger. Warning comes as investigators probe possible Indian government links to Ripdaman Singh Malak's 2022 killing. ਹੁਣ ਇਹ ਬੜੀ ਕਨਵਿੰਸਿੰਗ ਹੈ ਕਿ ਵੀ RCMP ਇਹ ਦੇਖ ਰਹੀ ਹੈ। ਹਾਲਾਂਕਿ ਜਦੋਂ ਹੁਣ ਜਿਹੜੇ ਦੋ ਫੜੇ ਹੋਏ ਨੇ ਇਹਨਾਂ ਦੇ ਕੇਸ ਨੌਨ ਸਿੱਖ ਨੇ, ਉਹਨਾਂ ਦੇ ਨਾਮ ਵੀ ਨੇ ਜਿਹੜੇ ਸਪੈਨਿਸ਼ ਔਰ ਦੂਸਰੇ ਕਿਸਮ ਦੇ, ਉਦੋਂ ਸਾਹਮਣੇ ਆਏਗਾ। ਅਜੇ ਤੱਕ ਇਸ ਲੈਵਲ ਦਾ ਇਹ ਸਟੋਰੀ ਤਾਂ ਬ੍ਰੇਕ ਕੀਤੀ ਔਰ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਆਲਮੋਸਟ ਆਫੀਸ਼ੀਅਲ ਹੈ। ਸੋ ਇਹ ਕ੍ਰੈਡੀਬਲ ਹੈ। ਇਹਨਾਂ ਨੂੰ ਹੀ ਲਿੰਕ ਉਹਨਾਂ ਨੇ ਜਿਹੜੀ ਹੈ ਲੀਕ ਦਿੱਤਾ ਹੈ ਕਿ ਭਾਈ ਹੁਣ ਇਹਨਾਂ ਦੇ ਰਿਪਦਮਨ ਸਿੰਘ ਮਲਕ ਦਾ ਬੇਟਾ ਜਿਸ ਦਾ ਨਾਂ ਹਰਦੀਪ ਮਲਕ ਹੈ ਔਰ ਉਹ ਆਪਣੀ ਫੈਮਿਲੀ ਦੇ ਨਾਲ ਇਸ ਵੇਲੇ ਪੈਰਿਸ ਦੇ ਵਿੱਚ ਛੁੱਟੀਆਂ ਮਨਾ ਰਿਹਾ ਸੀ, ਜਦੋਂ ਕਿ RCMP ਨੇ ਉੱਥੇ ਉਹਨਾਂ ਨੂੰ ਇੱਕ ਪਿਛਲੇ ਹਫਤੇ ਹੀ ਇੱਕ ਲੈਟਰ ਦਿੱਤਾ ਜਿਸ ਲੈਟਰ ਨੂੰ ਕਿਹਾ ਜਾਂਦਾ ਹੈ ਜਿਹੜਾ ਇਹ ਡਿਊਟੀ ਟੂ ਵਾਰਨ ਕਿ ਭਾਈ ਅਸੀਂ ਤੁਹਾਨੂੰ ਖਬਰਦਾਰ ਕਰ ਰਹੇ ਹਾਂ। ਔਰ ਉਸ ਲੈਟਰ ਦੇ ਵਿੱਚ ਉਹਨਾਂ ਨੇ RCMP ਨੇ ਕਿਹਾ ਕਿ ਭਾਈ ਹਰਦੀਪ ਸਿੰਘ ਤੇਰੀ ਜਾਨ ਨੂੰ ਵੀ ਖਤਰਾ ਹੈ ਔਰ ਇਹ ਜਿਹੜਾ ਵਾਰਨਿੰਗ ਹੈ ਅਸੀਂ ਤੁਹਾਨੂੰ ਦੇ ਰਹੇ ਹਾਂ। ਔਰ ਇਹ ਜਿਹੜਾ CBC ਨਿਊਜ਼ ਨੇ RCMP ਦੇ ਇਨਸਾਈਡ ਜਿਹੜੇ ਸੋਰਸਿਸ ਤੋਂ ਕਿਹਾ ਕਿ ਬਈ ਹੁਣ RCMP ਇਨਵੈਸਟੀਗੇਟਰਸ ਹੈਵ ਬੀਨ ਪ੍ਰੋਬਿੰਗ whether the government of India was behind the killing of wealthy and controversial businessman. They believe Indian government was involved in last year's targeted killing of prominent Sikh separatist Hardeep Singh Nijjar। ਕਿ ਨਿੱਜਰ ਬਾਰੇ ਤਾਂ ਕੋਈ ਭੁਲੇਖਾ ਹੀ ਨਹੀਂ ਹੈ। ਹੁਣ ਇਸ ਸਾਰੇ ਤੋਂ ਜਦੋਂ ਕਿ ਹਾਲਾਂ ਜਿੱਥੋਂ ਤੱਕ ਮੈਨੂੰ ਲੱਗਦਾ ਮੈਂ ਇਹ ਹਰਦੀਪ ਸਿੰਘ ਨਿੱਜਰ ਨੂੰ ਜੇ ਉਹਨਾਂ ਦਾ ਇਹ ਵਕੀਲ ਲੜਕਾ ਹੈ ਔਰ ਕਾਰੋਬਾਰ ਵੀ ਸਾਂਭ ਰਿਹਾ ਤੇ ਮੈਂ ਥੋੜਾ ਬਹੁਤ ਇੰਟਰੈਕਸ਼ਨ ਕਿਸੇ ਯੂਥ ਕੈਂਪ ਦੇ ਵੇਲੇ ਜ਼ਰੂਰ ਹੋਇਆ। ਉਹ ਠੀਕ ਹੈ, ਉਹਨਾਂ ਨੇ ਰਾਦਰ ਫੈਮਿਲੀ ਨੇ ਰਿਪਦਮਨ ਸਿੰਘ ਮਲਕ ਦੇ ਮਰਡਰ ਤੋਂ ਬਾਅਦ ਵੀ ਕੋਈ ਪੋਲੀਟੀਕਲ ਸਟੇਟਮੈਂਟ ਨਹੀਂ ਸੀ ਦਿੱਤੀ, ਬੜਾ ਉਹਨਾਂ ਨੇ ਕੰਟਰੋਲ ਰੱਖਿਆ, ਬੈਲੈਂਸਡ। ਰਿਪਦਮਨ ਸਿੰਘ ਮਲਕ ਦੀ ਕੀ ਕਾਰਗੁਜ਼ਾਰੀ ਸੀ ਕੀ ਨਹੀਂ ਉਹ ਗੁਰੂ ਦੇ ਅੱਗੇ ਹਰ ਇੱਕ ਨੇ ਆਪਣੀ ਜਿਹੜੀ ਆ ਉਹ ਹਿਸਾਬ ਕਿਤਾਬ ਦੇਣਾ। ਲੇਕਿਨ ਇਸ ਗੱਲ ਦਾ ਮੈਂ ਕ੍ਰੈਡਿਟ ਫੈਮਿਲੀ ਨੂੰ ਦਿਆਂਗਾ ਕਿ ਵੀ ਜਿਹੜੀ ਸਟੋਰੀ ਇੰਡੀਅਨ ਮੀਡੀਆ ਨੇ ਉਸ ਪੀਰੀਅਡ 'ਚ ਮਲਕ ਤੋਂ ਬਾਅਦ ਸਿੰਘਾਂ ਦੇ ਖਾਤੇ 'ਚ ਪਾਣੀ ਚਾਹੀ ਹਰਦੀਪ ਸਿੰਘ ਨਿੱਜਰ ਨਾਲ ਜੋੜ ਕੇ ਜਾਂ ਅਦਰਵਾਈਜ਼ ਫੈਮਿਲੀ ਨੇ ਉਸ ਤੋਂ ਵੀ ਪੂਰਾ ਕਿਨਾਰਾ ਰੱਖਿਆ। ਉਹਨਾਂ ਨੇ ਇਹ ਕਿਹਾ ਜੀ ਸਾਨੂੰ ਕੈਨੇਡੀਅਨ ਸਿਸਟਮ 'ਤੇ ਵਿਸ਼ਵਾਸ ਹੈ ਔਰ ਅਸੀਂ ਹੋਪ ਕਰਦੇ ਹਾਂ ਕਿ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਦੇ ਨਾਲ ਜਿਹੜੀ ਹੈ ਟਰੂਥ ਹੈ ਉਹ ਸਾਹਮਣੇ ਲਿਆਂਦੀ ਜਾਏਗੀ। ਪਰ ਹੁਣ ਐਸਾ ਕੀ ਰੀਜ਼ਨ ਹੈ ਕਿ ਵੀ ਈਵਨ ਇੰਡੀਅਨ ਏਜੰਸੀਆਂ ਨੂੰ ਉਹਨਾਂ ਦੇ ਬੇਟੇ ਤੋਂ ਵੀ ਖਤਰਾ ਹੈ ਹਰਦੀਪ ਸਿੰਘ ਮਲਕ ਤੋਂ ਕਿ ਉਹਨੂੰ ਵੀ ਉਹ ਐਲੀਮੀਨੇਟ ਕਰਨਾ ਚਾਹੁੰਦੇ ਨੇ। ਇਹ ਡਿਊਟੀ ਟੂ ਵਾਰਨ ਐਵੇਂ ਨਹੀਂ ਹੈ। ਇਹਦਾ ਮਤਲਬ ਹੈ ਕਿ ਇਹਨਾਂ ਦੇ ਕੋਲ ਕ੍ਰੈਡੀਬਲ ਇਨਫੋਰਮੇਸ਼ਨ ਹੈ ਵੀ ਉਹਨਾਂ ਨੂੰ ਵੀ ਉਹ ਟਾਰਗੇਟ ਕਰ ਰਹੇ ਨੇ। ਔਰ CBC ਨਿਊਜ਼ ਨੇ ਕਿਹਾ ਵੀ ਇਹ ਜਿਹੜਾ ਇਹ ਸਾਡੇ ਕੋਲ ਸਬੂਤ ਨੇ
ਕਿ ਜਿਸ ਦਿਨ ਰਿਪੁਦਮਨ ਸਿੰਘ ਮਲਕ ਦਾ ਮਰਡਰ ਹੁੰਦਾ ਹੈ ਉਹਨਾਂ 2 ਦਿਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਕੌਂਸੂਲੇਟ ਸੀ ਇੰਡੀਆ ਦਾ, ਜਿਹਦਾ ਨਾਮ ਅਮਰਜੀਤ ਸਿੰਘ ਹੈ, ਉਹ ਇਨ ਟੱਚ ਸੀ ਰਿਪੁਦਮਨ ਸਿੰਘ ਮਲਕ ਦੇ ਨਾਲ। ਇਨਫੈਕਟ ਉਸੇ ਦਿਨ ਉਹਨੇ ਜਿਹੜਾ ਕੁਝ ਘੰਟੇ ਬਾਅਦ ਲੰਚ ਕਰਨਾ ਸੀ ਅਮਰਜੀਤ ਸਿੰਘ ਨਾਲ। ਉਹਨਾਂ ਦੀ WhatsApp ਦੇ ਉੱਤੇ ਕੀ ਮੈਸੇਜਿੰਗ ਚੱਲ ਰਹੀ ਸੀ ਉਹਨਾਂ ਦਾ ਵੀ ਇਹਨਾਂ ਦੇ ਕੋਲ ਰਿਕਾਰਡ ਹੈ। ਔਰ ਇਹ ਜਿਹੜਾ ਇਸ ਸਾਰੇ ਚੋਂ ਇਹ ਨਿਕਲਦਾ ਹੈ, CBC News has seen evidence that suggests that Indian diplomat was in close contact with Ripudaman Singh Malak by phone and text in the hours leading up to his shooting, as reported in March in Fifth Estate documentary Contract to Kill. ਇਸ ਦਾ ਇਨਕਸ਼ਾਫ ਤਾਂ ਉਹਨਾਂ ਨੇ ਪਹਿਲਾਂ ਵੀ ਜਿਹੜੀ ਫਿਫਥ ਐਸਟੇਟ ਦੀ ਡਾਕੂਮੈਂਟਰੀ ਕੰਟਰੈਕਟ ਟੂ ਕਿਲ ਦੇ ਵਿੱਚ ਉਹਨਾਂ ਨੇ ਦਿੱਤਾ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਟਰਸ ਹੈਵ ਬੀਨ ਲੁਕਿੰਗ ਇਨਟੂ ਵੈਦਰ ਦਾ ਕੰਟੈਕਟਸ ਵਿਦ ਡਿਪਲੋਮੈਟਸ had anything to do with Singh Malak's death at the hands of 2 alleged BC gangsters. ਮਰਵਾਇਆ ਉਹਨੂੰ ਵੀ, ਮਲਕ ਨੂੰ ਵੀ ਗੈਂਗਸਟਰਾਂ ਰਾਹੀਂ। ਫਿਰ ਉਹਨਾਂ ਨੇ ਇਸ ਸਾਰੇ ਦੇ ਉੱਤੇ ਕਿਹਾ ਕਿ ਵੀ ਇਹ ਕਿਉਂਕਿ ਸੈਂਸਿਟਿਵਿਟੀ ਆਫ ਦਾ ਮੈਟਰ ਹੈ, ਅਸੀਂ ਇਸ ਦੀ ਡਿਟੇਲ 'ਚ ਨਹੀਂ ਜਾਣਾ ਚਾਹੁੰਦੇ, ਪਰ ਨਿਊਟਨ ਏਰੀਏ 'ਚ ਮਲਕ ਨੂੰ ਇਹਨੇ ਹੇਲ ਆਫ ਗਨ ਫਾਇਰ ਉਹਨਾਂ ਦਾ ਮਰਡਰ ਕੀਤਾ ਗਿਆ। ਔਰ ਇਹ ਸਾਰੇ 'ਚੋਂ ਫਿਰ ਉਹਨਾਂ ਨੇ ਉਹ ਕਨਿਸ਼ਕਾ ਕਾਂਡ ਦਾ ਜ਼ਿਕਰ ਕੀਤਾ, ਜਿਹਦੇ 'ਚ ਕਿ 329 ਬੇਗੁਨਾਹ ਲੋਕ ਮਾਰੇ ਗਏ ਸੀ, ਜਿਨ੍ਹਾਂ 'ਚ 268 ਕੈਨੇਡੀਅਨ ਸਿਟੀਜ਼ਨ ਸੀ, ਬਾਕੀ ਮੁਲਕਾਂ ਨਾਲ ਸੰਬੰਧਿਤ ਸੀ। ਔਰ ਇਸ 'ਚ ਜਿਹੜਾ ਹੈ 2005 ਦੇ ਵਿੱਚ ਰਿਪੁਦਮਨ ਸਿੰਘ ਮਲਕ ਐਕਵਿਟ ਹੋ ਗਏ ਸੀ ਨਾਟ ਹੈਵਿੰਗ ਐਨਫ ਐਵੀਡੈਂਸ। ਔਰ ਫਿਰ ਇਹ ਸਾਰੀ CBC ਦੀ ਲੰਬੀ ਚੌੜੀ ਸਟੋਰੀ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਵੀ ਇਸ ਤੋਂ ਬਾਅਦ ਸਮੰਤ ਗੋਇਲ ਜਿਹੜਾ ਜਿਸ ਦੇ ਨਾਲ ਰਿਪੁਦਮਨ ਸਿੰਘ ਮਲਕ ਮਿਲੇ ਵੀ, ਉਹਨੇ ਵੱਡਾ ਰੋਲ ਅਦਾ ਕੀਤਾ ਕਿ ਜੀ ਇਹ ਜਿਹੜੇ ਬਲੈਕ ਲਿਸਟਡ ਔਰ ਦੂਸਰੇ ਤੀਸਰੇ ਨੇ ਇਹਨਾਂ ਨੂੰ ਕਿਵੇਂ ਲਿਜਾਇਆ ਜਾਏ ਇੰਡੀਆ। ਔਰ ਉਸੇ ਹੀ ਕੰਟੈਕਸਟ ਦੇ ਵਿੱਚ ਉਹਨਾਂ ਨੇ ਈਵਨ ਜਸਪਾਲ ਸਿੰਘ ਅਟਵਾਲ ਇਹ ਜਿਹੜਾ ਕਿ ਇਨਵੋਲਵਡ ਸੀ ਮਲਕੀਤ ਸਿੰਘ ਸਿੱਧੂ ਅਕਾਲੀ ਮਿਨਿਸਟਰ ਦੇ ਉੱਤੇ ਹਮਲੇ ਲਈ, ਉਹਨੂੰ ਕਿਸ ਢੰਗ ਨਾਲ ਉਹਨਾਂ ਨੇ ਸਮੰਤ ਗੋਇਲ ਔਰ ਉਹਦੀ ਟੀਮ ਨੇ ਜਿਹੜਾ ਉਸ 'ਚੋਂ ਕੱਢਿਆ ਬਲੈਕ ਲਿਸਟ। ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਦੋਂ ਜਸਟਿਨ ਟਰੂਡੋ 2019 ਦੇ ਵੇਲੇ ਆਪਣੀ ਟ੍ਰਿਪ ਦੇ ਵੇਲੇ ਉੱਥੇ ਇੰਡੀਆ ਗਏ ਔਰ ਉਹਨੂੰ ਵੀ ਜਿਹੜਾ ਜਸਪਾਲ ਅਟਵਾਲ ਨੂੰ ਵੀ ਵਿੱਚ ਪਾੜਤਾ। ਔਰ ਜਸਪਾਲ ਅਟਵਾਲ ਦੀ ਫੋਟੋ ਵੀ ਜਸਟਿਨ ਟਰੂਡੋ ਦੀ ਵਾਈਫ ਦੇ ਨਾਲ ਜਿਹੜੀ ਇਹ ਸਾਰੀ CBC ਨੇ ਇਹਦੀ ਡਿਟੇਲ ਦਿੱਤੀ ਹੈ 2018 ਦੇ ਵਿੱਚ, ਨਾਟ 2019, 2018 'ਚ ਜਸਟਿਨ ਟਰੂਡੋ ਗਏ। ਔਰ ਇਸ ਤੋਂ ਉਹਨਾਂ ਨੇ ਦੱਸਿਆ, ਦੇਖੋ ਜੀ ਕੈਨੇਡਾ ਦਾ ਤਾਂ ਜਿਹੜਾ ਇਹ ਬੰਦਾ ਹੈ ਜਿਹੜੇ ਦਹਿਸ਼ਤਗਰਦ ਨੇ, ਕਨਵਿਕਟਡ ਨੇ, ਉਹਨਾਂ ਦੇ ਸਬੰਧ ਨੇ ਗਵਰਨਮੈਂਟ ਦੇ ਨਾਲ ਇਸ ਲੈਵਲ ਦੇ ਕਿ ਜਸਪਾਲ ਅਟਵਾਲ ਜਿਹੜਾ ਇਹ ਉਹਨਾਂ ਦੇ ਐਂਟੂਰੇਜ ਦਾ ਹਿੱਸਾ ਸੀ ਜਸਟਿਨ ਟਰੂਡੋ ਦੇ। ਸੋ ਉਹਨੂੰ ਬਹੁਤ ਇਸ ਦੇ ਨਾਲ ਨਾਮੋਸ਼ੀ ਹੋਈ ਟਰੂਡੋ ਦੇ ਸਾਰੇ ਐਂਟੂਰੇਜ ਨੂੰ, ਔਰ ਇਸ ਨੂੰ ਵੀ ਇਸਤੇਮਾਲ ਕੀਤਾ। ਹਾਲਾਂ ਉਦੋਂ ਵੀ ਕੈਨੇਡੀਅਨ ਏਜੰਸੀਆਂ ਨੇ ਕਿਹਾ ਸੀ ਕਿ ਵੀ ਇਹ ਕਿਵੇਂ ਇਹਦੀ ਕਲੀਅਰੈਂਸ ਹੋਈ ਔਰ ਕਿਵੇਂ ਵਾੜਿਆ ਗਿਆ ਵਿੱਚ, ਇਹ ਸਾਰਾ ਰਾਹ ਦੇ ਨਾਲ ਹੀ ਜਾ ਕੇ ਜੁੜਦਾ। ਔਰ ਇਸ ਸਾਰੇ ਦੇ ਚੱਲਿਆਂ ਇਸ ਤੋਂ ਪਹਿਲਾਂ ਸਮੰਤ ਗੋਇਲ ਦੀ ਤਾਰੀਫ ਜਿਹੜੀ ਹੈ, ਹੁਣ ਜਿਹੜਾ ਸਮੰਤ ਗੋਇਲ ਨੂੰ ਇੱਧਰ ਵੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ 'ਚ ਇਹ ਸਮੰਤ ਗੋਇਲ 30 ਜੂਨ ਨੂੰ ਰਿਟਾਇਰ ਹੁੰਦਾ। ਔਰ ਅਸੀਂ 2 ਦਿਨ ਪਹਿਲੇ ਜ਼ਿਕਰ ਕੀਤਾ ਸੀ ਕਿ ਦੋਨੋਂ ਹੀ ਆਫਿਸਰ ਸਮੰਤ ਗੋਇਲ ਦੁਲਮਾ ਪਿੰਡ ਦਾ ਬਾਣੀਆ ਜਿਹੜਾ ਰਾਜ ਚੀਫ ਰਿਟਾਇਰ ਹੋਇਆ, ਉਹਨੂੰ Z+ ਸਿਕਿਉਰਿਟੀ 40 ਬੰਦਿਆਂ ਦੀ ਪਿਛਲੇ ਦਿਨਾਂ ਹੀ ਦਿੱਤੀ ਹੈ। ਇਵੇਂ ਹੀ ਦਿਨਕਰ ਗੁਪਤੇ ਨੂੰ ਦਿੱਤੀ ਹੈ। ਔਰ ਸਮੰਤ ਗੋਇਲ ਕਿਸ ਹੱਦ ਤੱਕ ਫਿਰ ਇਨਵੋਲਵ ਸੀ ਈਵਨ ਮਲਕ ਦੇ ਨਾਲ, ਇਸ ਦਾ ਵੀ ਇਹਨੇ ਹਵਾਲਾ ਦਿੱਤਾ ਕਿ ਵੀ ਇਹ ਜਿਹੜੇ ਨੇ ਹਰਜੀਤ ਸਿੰਘ ਰਿਪੁਦਮਨ ਸਿੰਘ ਮਲਕ ਦੇ ਭਰਾ ਨੇ, ਉਹਨਾਂ ਨੇ 2019 ਦੇ ਵਿੱਚ ਇੱਕ ਚੜ੍ਹਦੀ ਕਲਾ ਟਾਈਮ TV ਨੂੰ ਇੰਟਰਵਿਊ ਦਿੱਤਾ ਸੀ, ਜਿਹਦੇ 'ਚ ਉਹਨੇ ਇਨ ਦਿਸ ਇੰਟਰਵਿਊ ਹੀ ਕ੍ਰੈਡਿਟਡ ਇੰਡੀਅਨ ਇੰਟੈਲੀਜੈਂਸ ਚੀਫ ਸਮੰਤ ਕੁਮਾਰ ਗੋਇਲ ਹੂ ਰੈਨ ਦਾ ਰਾ ਇੰਡੀਆਜ਼ ਫੋਰਨ ਇੰਟੈਲੀਜੈਂਸ ਏਜੰਸੀ। ਔਰ ਉਹਦੇ 'ਚ ਉਹਨੇ ਕਿਹਾ ਸੀ ਕਿ ਮਿਸਟਰ ਗੋਇਲ ਦਾ ਰਾ ਚੀਫ ਸ਼ੋਡ ਦਾ ਗਟਸ ਟੂ ਮੇਕ ਦਿਸ ਹੈਪਨ, ਕਿ ਸਮੰਤ ਗੋਇਲ ਦੀ ਬਦੌਲਤ ਹੀ ਰਿਪੁਦਮਨ ਸਿੰਘ ਮਲਕ ਨੂੰ ਵੀਜ਼ਾ ਮਿਲਿਆ ਔਰ ਉਹ ਵਾਪਸ ਜਾ ਸਕਿਆ। ਔਰ ਆਈ ਈਵਨ ਮੈਟ ਹਿਮ ਇਨ ਡੈਲੀ ਐਂਡ ਇੰਜੋਇਡ ਮਾਈ ਸੈਲਫ ਵਾਈਲ ਮੀਟਿੰਗ ਹਿਮ। ਵੀ ਇੱਥੇ ਵੀ ਔਰ ਇਹ ਫਿਰ ਦੋਵੇਂ ਭਰਾ ਗੋਇਲ ਜਿਹੜੇ ਰਿਪੁਦਮਨ ਸਿੰਘ ਮਲਕ ਵੀ ਔਰ ਉਹਦਾ ਭਰਾ ਹਰਜੀਤ ਸਿੰਘ ਵੀ, ਇਹ ਵੀ ਜਾ ਕੇ ਜਿਹੜਾ ਉਹ ਉਹਨੂੰ ਮਿਲੇ ਸਮੰਤ ਗੋਇਲ ਨੂੰ। ਸੋ ਇਸ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਕੈਨੇਡਾ ਦੀ ਸਿੱਖ ਕਮਿਊਨਿਟੀ ਦੇ ਵਿੱਚ ਟੈਨਸ਼ਨਸ ਨੇ। ਔਰ ਇਹ ਜਿਹੜਾ ਈਵਨ ਇਹਨੇ ਰਿਪੁਦਮਨ ਸਿੰਘ ਮਲਕ ਨੇ
2022 ਦੇ ਵਿੱਚ ਮਲਕ ਥੈਂਕਡ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪਰਸਨਲੀ ਇਨ ਏ ਲੈਟਰ that infuriated some in Khalistani circles. ਉਹਦੇ 'ਚ ਉਹਨਾਂ ਨੇ ਲੈਟਰ ਦੇ ਵਿੱਚ ਮਲਕ ਨੇ ਲਿਖਿਆ ਮੋਦੀ ਨੂੰ, I am writing you this to express my deep heartfelt gratitude for the unprecedented positive steps taken by yourself to redress long pending Sikh demands and grievances, he wrote, including the elimination of blacklist. ਉਹਨਾਂ ਨੇ ਕਿਹਾ ਜੀ ਮੋਦੀ ਸਾਹਿਬ ਤੁਸੀਂ ਬਹੁਤ ਵੱਡਾ ਕੰਮ ਕੀਤਾ ਹੈ, ਤੁਸੀਂ ਬਹੁਤ ਪੋਜ਼ਿਟਿਵ ਸਟੈਪ ਲਏ ਨੇ, ਸਿੱਖਾਂ ਦੀਆਂ ਬਹੁਤ ਸਾਰੀਆਂ ਮੰਗਾਂ ਤੁਸੀਂ ਮੰਨ ਲਈਆਂ ਨੇ ਔਰ ਇਸ ਸਾਰੇ ਦੇ ਚੱਲਦੇ ਆ। ਸੋ ਇਹ ਸਟੋਰੀ ਫਿਰ ਉਹਨਾਂ ਨੇ ਕੌਂਸਲਰ ਕਨੈਕਸ਼ਨ ਦੀ ਗੱਲ ਕੀਤੀ ਕਿ ਅਮਰਜੀਤ ਸਿੰਘ ਦੇ ਨਾਲ ਕਿਵੇਂ ਮਲਕ ਦਾ ਸੀ, ਔਰ ਜਿਹੜਾ ਅਮਰਜੀਤ ਸਿੰਘ ਡਿਪਲੋਮੈਟ ਹੈ ਇਹ ਇਹਨਾਂ ਦਾ ਰਾਹ ਦਾ ਬੰਦਾ, ਉਹ ਜਿਹੜਾ ਬਿਊਰੋ 'ਚ ਗਿਆ ਹੋਇਆ, ਉਹਨੇ ਆਲਰੇਡੀ ਹੈਰਾਤ, ਈਰਾਨ, UAE, ਈਰਾਨ, ਜਾਪਾਨ ਔਰ UK ਵਗੈਰਾ ਸਰਵ ਕੀਤਾ ਹੋਇਆ ਸੀ। ਹੁਣ ਉਹ ਰਿਟਾਇਰ ਹੋ ਚੁੱਕਾ ਹੈ ਔਰ CBC ਨੇ ਕਿਹਾ ਕਿ ਵੀ ਅਸੀਂ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਜਿਹੜਾ ਸੁਣ ਕੇ ਜਿਹੜਾ ਫਿਰ ਉਹ ਫੋਨ ਥੱਲੇ ਰੱਖ ਕੇ ਚਲਾ ਗਿਆ। ਔਰ ਉਹਨਾਂ ਦੇ ਕੋਲ ਆਪਸ ਦੇ ਵਿੱਚ ਅਮਰਜੀਤ ਸਿੰਘ ਔਰ ਮਲਕ ਦੀ ਜਿਸ ਦਿਨ ਉਹਦਾ ਮਰਡਰ ਹੋਇਆ ਔਰ ਉਸ ਤੋਂ ਇੱਕ ਦਿਨ ਪਹਿਲਾਂ ਵੀ ਚੈਟ ਮੈਸੇजेस ਔਰ ਥੈਂਕਸ ਔਰ ਦੂਸਰਾ ਤੀਸਰਾ ਇਹ ਸਾਰਾ ਹੋਇਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਨੰਬਰ ਵੀ BC ਦਾ ਅੱਡ ਫੋਨ ਨੰਬਰ ਹੈ ਔਰ 22 ਮਿੰਟ ਬਾਅਦ ਜਿਹੜੀ ਹੈ ਕਾਲ ਇੰਨੇ ਟਾਈਮ ਤੇ ਹੋਈ। ਸੋ ਬੜੀ ਸਪੈਸੀਫਿਕ ਇਨਫੋਰਮੇਸ਼ਨ ਹੈ ਕਿ ਵੀ ਜਦੋਂ ਉਹਦੀ ਕਨਵਰਸੇਸ਼ਨ ਇੰਡੀਅਨ ਇਸ ਕੌਂਸਲਰ ਦੇ ਨਾਲ ਅਮਰਜੀਤ ਸਿੰਘ ਨਾਲ ਹੁੰਦੀ ਹੈ ਤੇ 4.5 ਘੰਟੇ ਬਾਅਦ ਰਿਪੁਦਮਨ ਸਿੰਘ ਮਲਕ ਦਾ ਮਰਡਰ ਹੋ ਜਾਂਦਾ ਹੈ, ਕਿਉਂਕਿ ਉਹਨੇ ਤਾਂ ਉਹਦੇ ਨਾਲ ਲੰਚ ਕਰਨਾ ਸੀ ਅਮਰਜੀਤ ਸਿੰਘ ਨਾਲ ਔਰ ਇਹ ਉਹ ਜਾ ਚੁੱਕਾ ਹੈ ਉਸ ਵੇਲੇ ਉੱਥੇ ਇੰਡੀਆ 'ਚ ਬੈਠਾ ਅਮਰਜੀਤ ਸਿੰਘ ਔਰ ਕੈਨੇਡਾ ਨੇ ਅਜੇ ਤੱਕ ਉਹਨੂੰ ਇੰਡਾਇਕਟ ਨਹੀਂ ਕੀਤਾ। ਪਰ ਇਸ ਸਟੋਰੀ ਤੋਂ ਮੈਨੂੰ ਇਹ ਲੱਗਦਾ ਹੈ ਕਿ ਇਵੈਂਚੁਅਲੀ ਇਸ ਮਰਡਰ ਦੇ ਲਈ ਵੀ, ਔਰ ਜਿਵੇਂ ਅਸੀਂ ਓਪਨਿੰਗ ਦੇ ਵਿੱਚ ਹੀ ਕਿਹਾ ਕਿ ਹੁਣ ਕਿਉਂਕਿ ਇਸ ਜਦੋਂ ਇਹ ਸਾਰਾ ਤਾਣਾ ਬਾਣਾ ਉਧੜ ਹੀ ਰਿਹਾ ਕਿ ਕਿਹਦੇ ਪਿੱਛੇ ਕੌਣ ਹੈ, ਤੇ ਫਿਰ ਜੇ ਰਿਪੁਦਮਨ ਸਿੰਘ ਮਲਕ ਦਾ ਮਰਡਰ ਇੰਡੀਅਨ ਏਜੰਸੀਆਂ ਨੇ ਕੀਤਾ ਔਰ ਇਸ ਦੀ ਇਨਵੈਸਟੀਗੇਸ਼ਨ ਦੇ ਨਾਲ ਜਿਹੜੇ ਬੇਗੁਨਾਹ 329 ਮਾਰੇ ਗਏ ਉਹਨਾਂ ਦੀ ਜਿਹੜੀ ਰੂਹਾਂ ਨੂੰ ਸ਼ਾਂਤੀ ਤਾਂ ਹੀ ਮਿਲੇਗੀ ਕਿ ਰੀਅਲ ਕਾਤਲ ਜਿਹੜੀ ਕਿ ਇੰਡੀਅਨ ਸਟੇਟ ਹੈ, ਰਾਅ ਹੈ, ਉਸ ਨੂੰ ਜਿਹੜਾ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ। ਸੋ ਇਸ ਇਨਵੈਸਟੀਗੇਸ਼ਨ ਦੀ ਫਰਦਰ ਮੰਗ ਹੁਣ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾਣੀ ਚਾਹੀਦੀ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।